ਮੁਕਾਬਲਾ ਕਿਹਦੇ ਨਾਲ ਮਨਪ੍ਰੀਤ ਸਿੰਘ ਯਾਲੀ? ਗਲੀਆਂ ਨਾਲੀਆਂ ਨੂੰ ਕੰਮ ਕਹੀ ਜਾਂਦੇ ਨੇ। ਗਲੀਆਂ ਨਾਲੀਆਂ ਤਾਂ ਜਦ ਦਾ ਦੇਸ਼ ਆਜ਼ਾਦ ਆਜ਼ਾਦੀਆਂ ਬਣੀਆਂ ਆ, ਹੋਰ ਕੋਈ ਲੰਬੀ ਚੌੜੀ ਪ੍ਰਾਪਤੀ ਤਾਂ ਹੈ ਨਹੀਂ ਗੀ। ਪ੍ਰਾਪਤੀ ਤਾਂ ਫਿਰ ਧੱਕੇਸ਼ਾਹੀਆਂ ਹੀ ਨੇ। ਅਤੇ ਹੁਣ ਤਾਂ 2.5 ਸਾਲ ਵੀ ਬੜੀਆਂ ਜ਼ਿਆਦਤੀਆਂ ਧੱਕੇਸ਼ਾਹੀਆਂ ਹੋਈਆਂ ਸਾਡੇ ਲੋਕਾਂ ਦੇ ਨਾਲ, ਵਰਕਰਾਂ ਦੇ ਨਾਲ। ਝੂਠੇ ਪਰਚੇ ਹੋਏ ਨੇ, ਕਤਲ ਤੱਕ ਦੇ ਪਰਚੇ ਹੋਏ ਨੇ। ਅਤੇ ਫਿਰ ਇਹਨਾਂ ਨੇ ਸਰਪੰਚ ਸਾਡੇ ਸਸਪੈਂਡ ਕੀਤੇ ਸਾਰੇ। ਅਤੇ ਉਹ ਹੁਣ ਉਹਦਾ ਸਮਾਂ ਆ ਗਿਆ, ਉਹ ਜਿਹੜੀਆਂ ਧੱਕੇਸ਼ਾਹੀਆਂ ਦਾ ਬਦਲਾ ਲੈਣ ਦਾ। ਲੋਕ ਕੀ ਕਹਿ ਰਹੇ ਆ? ਤੁਹਾਨੂੰ ਵੀ ਲੋਕ ਸਵਾਲ ਪੁੱਛਦੇ ਆ? ਬਾਕੀ ਲੀਡਰਾਂ ਦੇ ਵੀਡੀਓ ਦੇਖਣ ਨੂੰ ਮਿਲਦੇ ਆ, ਘੇਰ ਕੇ ਸਵਾਲ ਪੁੱਛਣੇ ਸ਼ੁਰੂ ਕਰਤੇ ਲੋਕਾਂ ਨੇ। ਅਜੇ ਤੱਕ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਆਈ, ਕਿਉਂਕਿ ਅਸੀਂ ਕਿਹੜਾ ਕਿਸੇ ਨੂੰ ਕੋਈ ਲਾਰਾ ਲਾਇਆ ਵਾ। ਜਿਹੜੇ ਵਾਅਦੇ ਅਕਾਲੀ ਦਲ ਨੇ ਕੀਤੇ ਉਹ ਪੂਰੇ ਕੀਤੇ ਨੇ, ਅਤੇ ਜਿਹੜੇ ਅਸੀਂ ਕੋਈ ਕਮਿਟਮੈਂਟ ਉਹ ਕਰਦੇ ਹਾਂ ਜਿਹੜੀ ਪੂਰੀ ਹੋ ਸਕਦੀ ਹੈ। ਸੋਲੀਆਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਕੋਸ਼ਿਸ਼ ਸੀ ਕੇਂਦਰ ਦੀ ਸਰਕਾਰ ਦੀ ਸ਼ਾਇਦ ਵੀ ਡਰਾ ਕੇ ਲੋਕਾਂ ਨੂੰ ਕਿਸੇ ਅਸੀਂ ਵੱਡੇ ਲੀਡਰ ਆ ਜਿਨ੍ਹਾਂ ਦਾ ਆਧਾਰ ਹੈਗਾ ਨਾਲ ਜੋੜ ਲਾਂਗੇ, ਲੇਕਿਨ ਜਿਹਦੇ 'ਚ ਕੋਈ ਕਮੀ ਹੁੰਦੀ ਉਹ ਡਰ ਜਾਂਦਾ, ਜਿਹਦੇ 'ਚ ਕਮੀ ਕੋਈ ਨਹੀਂ ਫਿਰ ਉਹਨੂੰ ਡਰਨ ਦੀ ਲੋੜ ਵੀ ਨਹੀਂ। ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ 2 ਥਾਵਾਂ ਤੋਂ ਪੇਪਰ ਭਰੇ, ਕਿਸ ਤਰ੍ਹਾਂ ਦੇਖਦੇ ਹੋ? ਉਹ ਕਹਿੰਦੇ ਕਿ 2-2 ਹੱਥ ਕਰ ਹੀ ਲੈਣੇ ਹੁਣ ਇਸ ਵਾਰ। ਸਿੱਧੂ ਤਾਂ ਇਕੱਲੀਆਂ ਗੱਲਾਂ ਕਰਨ ਵਾਲੀ ਆ, ਪ੍ਰਾਪਤੀ ਉਹਦੀ ਕੋਈ ਨਹੀਂ ਹੈਗੀ। MP ਵੀ ਰਹੇ ਆ, ਮੰਤਰੀ ਵੀ ਰਹੇ ਆ, ਅਤੇ ਇੱਕ ਵੀ ਕੰਮ ਨਹੀਂ ਦਿਖਾ ਸਕਦਾ। ਅਕਾਲੀ ਦਲ 'ਤੇ ਬੜਾ ਓਪਨਲੀ ਬਲੇਮ ਲਾਉਂਦੇ ਆ, ਕਹਿੰਦੇ ਕਿ ਅਕਾਲੀ ਦਲ ਦੇ ਵੇਲੇ ਨਸ਼ਾ ਆਇਆ, ਡੈਂਟ ਪਾਉਂਦੀਆਂ ਇਹ ਚੀਜ਼ਾਂ, ਬੇਅਦਬੀ ਜੁੜ ਗਈ, ਫਿਰ ਨਸ਼ੇ ਦੇ ਇਲਜ਼ਾਮ। ਬਿਕਰਮਜੀਤ ਮਜੀਠੀਆ ਉਹਨਾਂ ਨੂੰ ਸਿੱਧਾ ਟਾਰਗੇਟ ਕਰਦੇ ਆ ਉਹ, ਹਾਲਾਂਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ। ਹਾਲਾਂਕਿ ਹਰਸਿਮਰਤ ਬਾਦਲ ਉਹਨਾਂ ਨੇ ਓਪਨਲੀ ਇੱਕ ਗੱਲ ਕਹੀ, ਬਹੁਤ ਵੱਡੀ ਗੱਲ ਉਹਨਾਂ ਨੇ ਕਹੀ। ਉਹਨਾਂ ਨੇ ਕਿਹਾ ਕਿ ਜੇ ਮੇਰੇ ਭਰਾ ਨੇ ਸੂਈ ਜਿੰਨਾ ਵੀ ਨਸ਼ਾ ਵੇਚਿਆ ਹੋਵੇ ਤਾਂ ਉਸਦਾ ਕੱਖ ਨਾ ਰਹੇ, ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ। ਇਹਨਾਂ ਚੀਜ਼ਾਂ ਦਾ ਅਸਰ ਜਾਂਦਾ ਜਨਤਾ ਦੇ ਵਿੱਚ, ਗਰਾਊਂਡ ਦੇ ਵਿੱਚ? ਗੱਲਾਂ ਪਹਿਲਾਂ ਕਹਿ ਦੇਣੀ ਚਾਹੀਦੀ ਸੀ, ਲੇਟ ਹੋਈਆਂ ਨੇ ਗੱਲਾਂ ਕਹਿਣ ਨੂੰ। ਉਹੀ ਬਚਦੇ ਰਹੇ ਹਨ। ਮਾਨ ਦੇ CM ਫੇਸ ਨੂੰ ਕਿੱਦਾਂ ਦੇਖਦੇ? ਪਰ ਉਹਨਾਂ ਕੋਲ ਹੱਲ ਹੀ ਕੋਈ ਨਹੀਂ ਸੀਗਾ, ਬੰਦਾ ਹੀ ਹੈ ਨਹੀਂ ਕੋਈ। ਅਖੀਰ ਦੇ ਵਿੱਚ ਇਹਨੂੰ ਪਤਾ, ਲੇਕਿਨ ਜਿਸ ਦਿਨ ਦਾ ਅਨਾਊਂਸ ਕੀਤਾ ਉਸ ਦਿਨ ਦੀ ਆਪ ਡਾਊਨ ਜਾ ਰਹੀ ਹੈ ਬਹੁਤ ਜ਼ਿਆਦਾ, ਕਿਉਂਕਿ ਲੋਕ ਨੇ ਐਕਸੈਪਟ ਨਹੀਂ ਕੀਤਾ ਉਹਨੂੰ। 2022 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ। ਕੈਂਡੀਡੇਟ ਡੋਰ ਟੂ ਡੋਰ ਜਾ ਰਹੇ ਨੇ, ਪ੍ਰਚਾਰ ਹੋ ਰਿਹਾ ਹੈ। ਔਰ ਗੱਲ ਕਰਾਂਗੇ ਮੁੱਲਾਂਪੁਰ ਦਾਖਾਂ ਤੋਂ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਯਾਲੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਯਾਲੀ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਕਿਸ ਤਰ੍ਹਾਂ ਚੱਲ ਰਿਹਾ ਪ੍ਰਚਾਰ? ਡੋਰ ਟੂ ਡੋਰ ਜਾ ਰਹੇ ਹੋ, ਕੈਂਪੇਨਿੰਗ ਇਸ ਵਾਰ ਥੋੜ੍ਹਾ ਸਖਤ ਵੀ ਹੈ, ਕਿਉਂਕਿ ਪਿਛਲੀ ਵਾਰ ਬਾਈ ਇਲੈਕਸ਼ਨ ਦੇ ਵਿੱਚ ਤਾਂ ਚਲੋ ਖੁੱਲ੍ਹਾ ਪ੍ਰਚਾਰ ਹੋ ਰਿਹਾ ਸੀ, ਔਰ ਇਸ ਵਾਰ ਕੋਵਿਡ ਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਪ੍ਰਚਾਰ? ਠੀਕ ਆ, ਹਜੇ ਥੋੜ੍ਹਾ ਛੋਟੀਆਂ ਮੀਟਿੰਗਾਂ ਕਰ ਰਹੇ ਹਾਂ, ਜੋ ਵੀ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈਗੀਆਂ ਜਾਂ ਪੰਜਾਬ ਸਰਕਾਰ ਦੀਆਂ। ਅਤੇ ਲੇਕਿਨ ਹੁਣ 1 ਤਰੀਕ ਤੋਂ ਥੋੜ੍ਹੀ ਜਿਹੀ ਉਹ 'ਚ ਇਜਾਜ਼ਤ ਮਿਲੀ ਆ ਵੀ 300 ਦਾ ਇਕੱਠ ਕਰ ਸਕਦੇ ਹਾਂ, ਅਤੇ ਉਹਦੇ ਨਾਲ ਥੋੜ੍ਹੇ ਚੋਣ ਜਲਸੇ ਆ ਜਿਹੜੇ ਪਿੰਡਾਂ ਸ਼ੁਰੂ ਹੋ ਜਾਣਗੇ, ਅਤੇ ਉਸ ਨਾਲ ਥੋੜ੍ਹਾ ਹੋਰ ਵਧੀਆ ਢੰਗ ਨਾਲ ਪ੍ਰਚਾਰ ਹੋ ਜਾਊਗਾ। ਦੇਖੋ, ਇਸ ਇਲਾਕੇ 'ਚ ਸਾਨੂੰ ਲੰਬਾ ਸਮਾਂ ਹੋ ਗਿਆ ਵਿਚਰਦਿਆਂ ਨੂੰ। ਹੁਣ ਪਰਿਵਾਰਕ ਸੰਬੰਧ ਨੇ ਲੋਕਾਂ ਦੇ ਨਾਲ, ਨਿੱਜੀ ਅਪਣੱਤ ਹੈਗੀ ਆ ਲੋਕਾਂ ਦੇ ਨਾਲ, ਅਤੇ ਉਸ ਲਈ ਇਲੈਕਸ਼ਨ ਦਾ ਸਾਨੂੰ ਕੋਈ ਇਹ ਵੀ ਨਵੀਂ ਜਗ੍ਹਾ ਜਾ ਕੇ ਕੰਮ ਕਰਨਾ, ਇੰਨਾ ਕੰਮ ਅਸੀਂ ਰੋਜ਼ ਹੀ ਕਰਦੇ ਹਾਂ। ਰੂਟੀਨ ਦੇ ਵਿੱਚ ਵੀ 20-25 ਪ੍ਰੋਗਰਾਮ ਕੱਢਦੇ ਹਾਂ, ਅਤੇ ਅੱਜ ਵੀ ਉਨੇ ਨਿਕਲ ਰਹੇ ਆ। ਸੋ ਇਸ ਲਈ ਜਦੋਂ ਤੁਸੀਂ ਜਿਹੜੇ ਲੋਕ ਇਲੈਕਸ਼ਨ ਦੌਰਾਨ ਹੀ ਜਾਂਦੇ ਆ, ਉਹਨਾਂ ਨੂੰ ਫਿਰ ਦਿੱਕਤਾਂ ਆਉਂਦੀਆਂ ਨੇ, ਫਿਰ ਲੋਕਾਂ ਨੂੰ ਮਨਾਉਣਾ ਵੀ ਪੈਂਦਾ, ਹੋਰ ਵੀ ਕਰਨਾ ਪੈਂਦਾ। ਜਦੋਂ ਤੁਸੀਂ ਲਗਾਤਾਰ ਹੀ ਫੀਲਡ ਦੇ ਵਿੱਚੋਂ ਅਤੇ ਰੋਜ਼ ਲੋਕਾਂ ਨੂੰ ਮਿਲਦੇ ਹੋ, ਤਾਂ ਫਿਰ ਤੁਹਾਨੂੰ ਦਿੱਕਤ ਨਹੀਂ ਹੈਗੀ। ਸੋ ਇਸ ਲਈ ਇਹੀ ਲੋਕਾਂ ਨੇ ਮੈਨੂੰ ਜਿਮਨੀ ਚੋਣ ਜਿਤਾਈ ਹੈ ਸਰਕਾਰ ਦੇ ਵਿਰੁੱਧ। ਇੱਕ ਪਾਸੇ ਸਰਕਾਰ ਸਿਸਟਮ ਸਾਰਾ, ਪ੍ਰਸ਼ਾਸਨ ਸੀ ਸਾਰਾ, ਇੱਥੇ ਮੰਤਰੀ ਮੰਡਲ ਸਾਰੇ MLA ਬੈਠੇ ਸੀ, ਬੜੀਆਂ ਧੱਕੇਸ਼ਾਹੀਆਂ ਹੋ ਰਹੀਆਂ ਸੀ। ਨਾਲੇ ਜਦੋਂ ਜਿਮਨੀ ਚੋਣ ਹੁੰਦੀ ਹੈ ਸਰਕਾਰ ਹੀ ਜਿੱਤਦੀ ਆ, ਪਰ ਬਹੁਤ ਵੱਡੀ ਮਿਹਰ ਪਰਮਾਤਮਾ ਦੀ ਹੋਈ ਆ, ਲੋਕਾਂ ਦਾ ਸਾਥ, ਅਤੇ ਅਸੀਂ ਇੱਕ ਤਰਫਾ ਉਹ ਇਲੈਕਸ਼ਨ ਜਿੱਤੇ ਆ। ਅਤੇ ਹੁਣ ਤਾਂ 2.5 ਸਾਲ ਵੀ ਬੜੀਆਂ ਜ਼ਿਆਦਤੀਆਂ ਧੱਕੇਸ਼ਾਹੀਆਂ ਹੋਈਆਂ ਸਾਡੇ ਲੋਕਾਂ ਦੇ ਨਾਲ, ਵਰਕਰਾਂ ਦੇ ਨਾਲ। ਝੂਠੇ ਪਰਚੇ ਹੋਏ ਨੇ, ਕਤਲ ਤੱਕ ਦੇ ਪਰਚੇ ਹੋਏ ਨੇ। ਅਤੇ ਫਿਰ ਇਹਨਾਂ ਨੇ ਸਰਪੰਚ ਸਾਡੇ ਸਸਪੈਂਡ ਕੀਤੇ ਸਾਰੇ। ਜਿੰਨੀਆਂ ਐਗਰੀਕਲਚਰ ਸੁਸਾਇਟੀ, ਮਿਲਕ ਸੁਸਾਇਟੀਆਂ 'ਚ ਕਾਗਜ਼ ਰੱਦ ਹੋਏ ਸਾਰੇ ਵਰਕਰਾਂ ਦੇ। ਅਤੇ ਉਹ ਹੁਣ ਉਹਦਾ ਸਮਾਂ ਆ ਗਿਆ, ਉਹ ਜਿਹੜੀਆਂ ਧੱਕੇਸ਼ਾਹੀਆਂ ਦਾ ਇੱਕ ਬਦਲਾ ਲੈਣ ਦਾ, ਵੋਟ ਦੇ ਰੂਪ ਦੇ ਵਿੱਚ। ਕਿਉਂਕਿ ਉਦੋਂ ਕਈ ਵਾਰ ਸੱਤਾ ਦੇ ਨਸ਼ੇ ਦੇ ਵਿੱਚ ਇਹ ਲੀਡਰ ਕਰਦੇ ਰਹਿੰਦੇ ਆ, ਲੇਕਿਨ ਬਾਅਦ ਦੇ ਵਿੱਚ ਇਹਨਾਂ ਨੂੰ ਖਮਿਆਜੇ ਜਿਹੜੇ ਭੁਗਤਣੇ ਪੈਂਦੇ ਆ। ਪਹਿਲਾਂ ਜਿਮਨੀ ਚੋਣ 'ਚ ਭੁਗਤਿਆ, ਅਤੇ ਹੁਣ ਫਿਰ ਇਹਨਾਂ ਨੂੰ ਭੁਗਤਣਾ ਪੈਣਾ। ਸੰਦੀਪ ਸੰਧੂ ਹੁਣੀ ਕਹਿੰਦੇ ਕਿ ਕੰਮ ਬਹੁਤ ਸਾਰੇ ਕੀਤੇ ਆ, ਕਹਿੰਦੇ ਕਿਸ ਤਰ੍ਹਾਂ ਦੇਖਦੇ ਹੋ ਮੁਕਾਬਲਾ ਕਿਹਦੇ ਨਾਲ ਮਨਪ੍ਰੀਤ ਸਿੰਘ ਯਾਲੀ ਦਾ? ਦੇਖੋ, ਗਲੀਆਂ ਨਾਲੀਆਂ ਨੂੰ ਕੰਮ ਕਹੀ ਜਾਂਦੇ ਨੇ। ਗਲੀਆਂ ਨਾਲੀਆਂ ਤਾਂ ਜਦ ਦਾ ਦੇਸ਼ ਆਜ਼ਾਦ ਆਜ਼ਾਦੀਆਂ ਬਣੀਆਂ ਆ, ਪਹਿਲਾਂ ਇੱਟਾਂ ਦੀਆਂ ਬਣ ਗਈਆਂ, ਹੁਣ ਇੰਟਰਲੋਕਿੰਗ ਬਣ ਰਹੀਆਂ ਨੇ। ਕੇਂਦਰ ਦਾ ਪੈਸਾ ਆਇਆ ਹੋਇਆ ਸੀਗਾ 14ਵਾਂ ਵਿੱਤ ਕਮਿਸ਼ਨ ਅਤੇ 15ਵਾਂ ਵਿੱਤ ਕਮਿਸ਼ਨ ਅਤੇ ਨਰੇਗਾ ਸਕੀਮ, ਉਹ ਸਾਰੇ ਦੇਸ਼ 'ਚ ਆਇਆ ਹੋਇਆ। ਉਹਦੇ ਨਾਲ ਜਿਹੜਾ ਰੂਟੀਨ ਕੰਮ ਚੱਲ ਰਿਹਾ, ਜਿੱਥੇ ਸਾਡੀਆਂ ਪੰਚਾਇਤਾਂ ਸੀ ਉੱਥੇ ਵੀ ਚੱਲ ਰਹੇ ਨੇ। ਅਤੇ ਉਹ ਹੋਰ ਕੋਈ ਲੰਬੀ ਚੌੜੀ ਪ੍ਰਾਪਤੀ ਤਾਂ ਹੈ ਨਹੀਂ ਗੀ। ਪ੍ਰਾਪਤੀ ਤਾਂ ਫਿਰ ਧੱਕੇਸ਼ਾਹੀਆਂ ਹੀ ਨੇ। ਸੋ ਇਸ ਲਈ ਬਾਕੀ ਲੱਗ ਜਾਣਾ ਪਤਾ 20 ਨੂੰ ਵੋਟਾਂ, ਅਤੇ 10 ਮਾਰਚ ਨੂੰ ਸਾਹਮਣੇ ਆ ਜਾਣਾ ਸਾਰਾ ਕੁਛ।
ਲੋਕਾਂ ਦਾ ਸਪੋਰਟ ਮਿਲ ਰਿਹਾ, ਲੋਕ ਕੀ ਕਹਿ ਰਹੇ ਆ? ਤੁਹਾਨੂੰ ਵੀ ਲੋਕ ਸਵਾਲ ਪੁੱਛਦੇ ਆ? ਬਾਕੀ ਲੀਡਰਾਂ ਦੇ ਵੀਡੀਓ ਦੇਖਣ ਨੂੰ ਮਿਲਦੇ ਆ, ਘੇਰ ਘੇਰ ਕੇ ਸਵਾਲ ਪੁੱਛਣੇ ਸ਼ੁਰੂ ਕਰਤੇ ਲੋਕਾਂ ਨੇ। ਦੇਖੋ ਹਜੇ ਤੱਕ ਤਾਂ ਕੋਈ ਇਦਾਂ ਦੀ ਗੱਲ ਨਹੀਂ ਆਈ, ਕਿਉਂਕਿ ਅਸੀਂ ਕਿਹੜਾ ਕਿਸੇ ਨੂੰ ਕੋਈ ਲਾਰਾ ਲਾਇਆ ਵਾ। ਜਿਹੜੇ ਵਾਅਦੇ ਅਕਾਲੀ ਦਲ ਨੇ ਕੀਤੇ ਉਹ ਪੂਰੇ ਕੀਤੇ ਨੇ, ਤੇ ਜਿਹੜੇ ਅਸੀਂ ਕੋਈ ਕਮਿਟਮੈਂਟ ਹੀ ਉਹ ਕਰਦੇ ਹਾਂ ਜਿਹੜੀ ਪੂਰੀ ਹੋ ਸਕਦੀ ਹੈ, ਤੇ ਜਿਹੜੀ ਕਰ ਲਈ ਤਾਂ ਫਿਰ ਉਹ ਨਿਭਾਉਣੀ ਹੈ, ਚਾਹੇ ਆਪਣੇ ਕੋਲੋਂ ਹੀ ਕਿਉਂ ਨਾ ਕਰਨਾ ਪਵੇ। ਸੋ ਪਿਛਲੇ ਬਾਈ ਇਲੈਕਸ਼ਨ 'ਚ ਕੁਛ ਇੱਦਾਂ ਦੀਆਂ ਕਮਿਟਮੈਂਟਸ ਹੋਈਆਂ ਸੀ, ਉਹ ਸਾਰੇ ਅਸੀਂ ਕੰਮ ਆਪਦੇ ਕੋਲੋਂ ਹੀ ਕਰਾ ਦਿੱਤੇ, ਚਾਹੇ ਜੇ ਸਾਡੇ ਕੋਲ ਨਹੀਂ ਵੀ ਕੋਈ ਸਾਧਨ ਸੀਗਾ। ਸੋ ਲੋਕਾਂ ਨਾਲ ਜੁੜੇ ਹੋਏ ਆ, ਨੌਜਵਾਨਾਂ ਨਾਲ, ਬਜ਼ੁਰਗਾਂ ਨਾਲ, ਹਰ ਵਰਗ ਦੇ ਨਾਲ ਬੜੀ ਨੇੜਤਾ ਵਾ। ਇੱਕ ਹਰ ਬੰਦਾ ਸਮਝਦਾ ਕਿ ਇਹ ਸਾਡੇ ਇੱਕ ਪਰਿਵਾਰ ਦਾ ਮੈਂਬਰ MLA। ਸੋ ਜਦੋਂ ਇਸ ਤੱਕ ਗੱਲ ਪਹੁੰਚ ਜਾਂਦੀ ਹੈ ਤਾਂ ਫਿਰ ਤੁਹਾਨੂੰ ਕਈ ਗੱਲਾਂ ਕਾਫੀ ਕੁਝ ਸੌਖਾ ਹੋ ਜਾਂਦਾ। ਇਸ ਵਾਰ ਮੁਕਾਬਲਾ ਕਹਿੰਦੇ ਬਹੁਤ ਟਫ ਹੈ, ਕਿਉਂਕਿ ਬੀਜੇਪੀ ਬੜਾ ਖੁੱਲ੍ਹ ਕੇ, ਪਹਿਲਾਂ ਅਲਾਇੰਸ ਹੁੰਦਾ ਸੀਗਾ ਤੁਹਾਡੇ ਨਾਲ, ਹੁਣ ਖੁੱਲ੍ਹ ਕੇ ਹੈ ਬੀਜੇਪੀ ਮੈਦਾਨ ਦੇ ਵਿੱਚ, ਔਰ ਕਿਸਾਨਾਂ ਦੀ ਪਾਰਟੀ ਵੀ ਮੈਦਾਨ ਦੇ ਵਿੱਚ ਹੈ। ਤੁਹਾਡਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਬੀਜੇਪੀ ਦੀ ਇੱਥੇ ਕੋਈ ਵੋਟ ਨਹੀਂ ਹੈਗੀ, ਨਾ ਉਹਨਾਂ ਨੇ ਸਾਨੂੰ ਕਦੇ ਵੋਟ ਪਾਈ ਅੱਗੇ ਵੀ। ਉਹ ਸਾਡਾ ਹਮੇਸ਼ਾ ਵਿਰੋਧਤਾ ਹੀ ਕਰਦੇ ਰਹੇ ਨੇ। ਤੇ ਕਿਸਾਨ ਤਾਂ ਅਸੀਂ ਆਪ ਕਿਸਾਨ ਆ, ਕਿਸਾਨ ਸਾਡੇ ਨਾਲ ਆ। ਜਿਹੜਾ ਖੜਾ ਮੇਰਾ ਉਹਦਾ ਕਿਸਾਨੀ ਨਾਲ ਸੰਬੰਧ ਹੀ ਕੋਈ ਨਹੀਂ, ਉਹਦਾ ਕਿਸਾਨੀ ਨੂੰ ਪਤਾ ਨਹੀਂ ਉਹਨੇ ਕਿਸਾਨੀ ਕੀ ਹੁੰਦੀ ਆ, ਜਿਹੜਾ ਕਿਸਾਨਾਂ ਨਾਲੋਂ ਖੜਾ। ਤੇ ਉਹ ਇਸ ਲਈ ਸਾਰੇ ਸਾਡੇ ਨਾਲ ਨੇ, ਕਿਸਾਨ ਵੀ ਸਾਡੇ ਨਾਲ ਆ। ਅਸੀਂ ਆਪ ਖੇਤੀ ਨਾਲ ਜੁੜੇ ਹੋਏ ਆ, ਆਪ ਖੇਤੀ ਕਰਦੇ ਹਾਂ। ਅੰਦੋਲਨ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਸਾਡਾ, ਸਾਡੇ ਸਾਰੇ ਵਰਕਰਾਂ ਦਾ, ਸਾਡੇ ਸਾਰੇ ਕਿਸਾਨਾਂ ਦਾ ਰਿਹਾ। ਤੇ ਇਹ ਤਾਂ ਸਿਰਫ ਕੁਛ ਮੌਕਾ ਪ੍ਰਸਤ ਲੋਕ ਨੇ ਜਿਹੜੇ ਇਹਦਾ ਨਾਂ ਕਰਕੇ ਗੱਲ ਕਿ ਅਸੀਂ ਕਿਸਾਨੀ ਵੱਲੋਂ ਖੜੇ ਆ, ਕੋਈ ਸੰਬੰਧ ਹੀ ਨਹੀਂ ਇਹਨਾਂ ਕਿਸਾਨੀ ਨਾਲ। ਫਿਰ ਮੁਕਾਬਲਾ ਕਿਹਦੇ ਨਾਲ? ਜਿੱਦਾਂ ਮੈਂ ਪਹਿਲਾਂ ਪੁੱਛਿਆ, ਆਮ ਆਦਮੀ ਪਾਰਟੀ ਹੋਏਗੀ, ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਬੜਾ ਖੁੱਲ੍ਹ ਕੇ ਉਹਨਾਂ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਸਰਕਾਰ ਬਣਾਵਾਂਗੇ। ਕਾਂਗਰਸ ਕਹਿੰਦੀ ਅਸੀਂ ਰਿਪੀਟ ਕਰਾਂਗੇ। ਉਦੋਂ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆਉਂਦਾ, ਕਹਿੰਦੇ ਕਿ ਅਕਾਲੀ ਬਸਪਾ ਦੀ ਸਰਕਾਰ ਬਣਨ ਜਾ ਰਹੀ ਹੈ। ਦੇਖੋ ਜਿਹੜਾ ਸਾਡਾ ਵੋਟ ਬੈਂਕ ਕਾਇਮ ਆ, ਦੂਸਰੀਆਂ ਪਾਰਟੀਆਂ ਕਿਹੜਾ ਵੋਟ ਬੈਂਕ ਬਚਾ ਕੇ ਦੂਜੇ ਤੀਜੇ ਨੰਬਰ 'ਤੇ ਆਉਂਦਾ, ਤਾਂ ਉਹਨਾਂ ਦੀ ਹਿੰਮਤ ਆ। ਅਕਾਲੀ ਦਲ ਦਾ ਵੋਟ ਬੈਂਕ ਇੱਥੇ ਪੂਰਾ ਸਟਰੋਂਗ ਹੈਗਾ ਵਾ। ਜਿਹੜੀ ਥੋੜ੍ਹੀ ਮੋਟੀ ਕੋਈ ਗਲਤੀ ਹੋਈ ਵੀ ਸੀ 17 ਦੇ ਵਿੱਚ, ਲੋਕਾਂ ਨੂੰ ਅਹਿਸਾਸ ਆ ਪੂਰਾ, ਅਤੇ ਉਹ 19 'ਚ ਸੁਧਾਰ ਲਈ ਗਈ ਆ। ਅਤੇ ਸਾਡਾ ਵੋਟ ਬੈਂਕ ਜੋ 12 ਦੇ ਵਿੱਚ ਸੀ ਉਹੀ ਸਾਡਾ 19 ਤੱਕ ਪਹੁੰਚ ਗਿਆ, ਅਤੇ ਅੱਜ ਸਾਡੇ ਨਾਲ ਲੋਕ ਡਟ ਕੇ ਖੜੇ ਆ, ਕੋਈ ਬੰਦਾ ਟੁੱਟਿਆ ਹੀ ਨਹੀਂ ਕੋਈ। ਅਤੇ ਹੁਣ ਦੇਖਦੇ ਆ ਵੀ ਆਪਣਾ ਕਿਵੇਂ ਮੇਨਟੇਨ ਰੱਖਦੇ ਆ, ਕਿਉਂਕਿ ਪਹਿਲਾਂ ਹੀ ਗੈਪ ਜਿਹੜਾ 15,000 ਦਾ ਸੀਗਾ, ਅਤੇ ਉਸ ਤੋਂ ਬਾਅਦ ਜੇ ਆਪਣਾ ਵੋਟ ਬੈਂਕ ਆਪ ਨੂੰ ਕਿੰਨੀ ਵੋਟ ਇਹਨਾਂ ਦੀ ਜਾਂਦੀ ਹੈ ਅਤੇ ਕੌਣ ਕਿੱਥੇ ਸਟੈਂਡ ਕਰਦਾ, ਸਮਾਂ ਦੱਸੂਗਾ। ਰੇਟਸ ਹੋ ਰਹੀਆਂ ਪੰਜਾਬ ਦੇ ਵਿੱਚ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਕੋਸ਼ਿਸ਼ ਸੀ ਕੇਂਦਰ ਦੀ ਸਰਕਾਰ ਦੀ ਸ਼ਾਇਦ ਵੀ ਡਰਾ ਕੇ ਲੋਕਾਂ ਨੂੰ ਕਿਸੇ ਅਸੀਂ ਵੱਡੇ ਲੀਡਰ ਆ ਜਿਨ੍ਹਾਂ ਦਾ ਆਧਾਰ ਹੈਗਾ ਨਾਲ ਜੋੜ ਲਾਂਗੇ, ਲੇਕਿਨ ਜਿਹਦੇ 'ਚ ਕੋਈ ਕਮੀ ਹੁੰਦੀ ਉਹ ਡਰ ਜਾਂਦਾ। ਜਿਹਦੇ 'ਚ ਕਮੀ ਕੋਈ ਨਹੀਂ ਫਿਰ ਉਹਨੂੰ ਡਰਨ ਦੀ ਲੋੜ ਵੀ ਨਹੀਂ, ਜਾਂ ਜਿਹਨੂੰ ਲਾਲਚ ਹੁੰਦਾ। ਆਪਾਂ ਨਾ ਤਾਂ ਕੋਈ ਲਾਲਚ ਆ, ਨਾ ਕੋਈ ਅਸੀਂ ਪੁੱਛ ਕੇ ਹੋਈ ਸੀ ਤੁਹਾਡੇ ਤੋਂ? ਨਹੀਂ, ਉਹ ਤਾਂ ਰੂਟੀਨ ਪ੍ਰੋਸੈਸ ਹੁੰਦਾ ਇਨਕਮ ਟੈਕਸ ਦਾ। ਉਹਨਾਂ ਨੇ ਦੇਖਣਾ ਵੀ ਤੁਹਾਡਾ ਟੈਕਸ ਤੁਸੀਂ ਪੂਰਾ ਭਰਦੇ ਹੋ, ਡਾਕੂਮੈਂਟਸ ਚੈੱਕ ਕਰ ਰਹੇ ਹੋ, ਉਹ ਤਾਂ ਗੱਲ ਹੀ ਨਹੀਂ ਕੋਈ। ਰੂਟੀਨ ਹੈਗਾ, ਅੱਗੇ ਵੀ ਹੋਈ ਹੈਗੀ, ਪਰ ਜਦੋਂ ਮਰਜ਼ੀ ਚੈੱਕ ਕਰ ਲੈਣ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ 2 ਥਾਵਾਂ ਤੋਂ ਪੇਪਰ ਭਰੇ ਆ, ਕਿਸ ਤਰ੍ਹਾਂ ਦੇਖਦੇ ਹੋ? ਉਹ ਕਹਿੰਦੇ ਕਿ 2-2 ਹੱਥ ਕਰ ਹੀ ਲੈਣੇ ਹੁਣ ਇਸ ਵਾਰ। ਨਹੀਂ, ਬਹੁਤ ਚੰਗੀ ਗੱਲ ਕੀਤੀ ਆ। ਦੋਨਾਂ ਤੋਂ ਜਿੱਤਣਗੇ ਉਹ, ਜਿਹੜੇ ਹਿਸਾਬ ਨਾਲ ਮਾਹੌਲ ਬਣ ਰਿਹਾ। ਸਿੱਧੂ ਤਾਂ ਇਕੱਲੀਆਂ ਗੱਲਾਂ ਕਰਨ ਵਾਲੀ ਆ, ਪ੍ਰਾਪਤੀ ਉਹਦੀ ਕੋਈ ਨਹੀਂ ਹੈਗੀ। ਅੱਜ MP ਵੀ ਰਹੇ ਆ, ਮੰਤਰੀ ਵੀ ਰਹੇ ਆ, ਅਤੇ ਇੱਕ ਵੀ ਕੰਮ ਨਹੀਂ ਦਿਖਾ ਸਕਦਾ। ਮੈਂ MLA ਰਿਹਾ 2 ਵਾਰ, 1 ਵਾਰੀ ਰਹੇ, ਦੂਜੀ ਵਾਰ ਤਾਂ ਚਲੋ ਓਪੋਜੀਸ਼ਨ 'ਚ ਰਹੇ ਆ। ਅਤੇ ਤੁਸੀਂ ਜਿਹੜੇ ਮਰਜ਼ੀ ਪਿੰਡ ਜਾ ਕੇ ਦੇਖੋ, ਸਾਡੇ ਪ੍ਰੋਜੈਕਟ ਦੇਖਦੇ ਆ, ਲੋਕ ਦੇਖਣ ਆਉਂਦੇ ਆ, ਮੰਤਰੀ MLA ਦੂਜੇ ਸੂਬਿਆਂ ਤੋਂ ਦੇਖਣ ਆਉਂਦੇ ਨੇ। ਅਤੇ ਏਡੇ ਅਹੁਦਿਆਂ 'ਤੇ ਰਹੇ, ਇੱਕ ਪ੍ਰਾਪਤੀ ਹੈ ਹੀ ਨਹੀਂ, ਕੋਈ ਦੱਸ ਹੀ ਨਹੀਂ ਸਕਦੇ ਵੀ ਅਸੀਂ ਆਹ ਕੰਮ ਕੀਤਾ ਵਾ। ਅਕਾਲੀ ਦਲ 'ਤੇ ਬੜਾ ਓਪਨਲੀ ਬਲੇਮ ਲਾਉਂਦੇ ਆ, ਕਹਿੰਦੇ ਕਿ ਅਕਾਲੀ ਦਲ ਦੇ ਵੇਲੇ ਨਸ਼ਾ ਆਇਆ, ਡੈਂਟ ਪਾਉਂਦੀਆਂ ਇਹ ਚੀਜ਼ਾਂ, ਬੇਅਦਬੀ ਜੁੜ ਗਈ, ਫਿਰ ਨਸ਼ੇ ਦੇ ਇਲਜ਼ਾਮ। ਵਿਕਰਮਜੀਤ ਮਜੀਠੀਆ ਉਹਨਾਂ ਨੂੰ ਸਿੱਧਾ ਟਾਰਗੇਟ ਕਰਦੇ ਆ ਉਹ, ਹਾਲਾਂਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਰਾਹਤ ਦੇਤੀ। ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਦੇਖੋ, ਪਿਛਲੇ ਸਮੇਂ 'ਚ ਜਿਹੜਾ ਨਸ਼ੇ ਦਾ ਮਸਲਾ ਹੈਗਾ, ਇਹ ਨਸ਼ਾ ਇਕੱਲੇ ਪੰਜਾਬ 'ਚ ਨਹੀਂ, ਪੂਰੇ ਦੇਸ਼ ਕੀ ਵਰਲਡ ਵਾਈਡ ਪ੍ਰੋਬਲਮ ਆਈ ਆ। ਇੱਥੇ ਸਰਕਾਰ ਚੱਲ ਰਹੀ ਸੀ, ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰਤਾ ਅਕਾਲੀ ਦਲ ਨੂੰ। ਅਤੇ ਲੇਕਿਨ ਜਿਹੜਾ ਵੀ ਇਸ ਕੰਮ 'ਚ ਸ਼ਾਮਲ ਆ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ, ਨਾ ਬਚਣਾ ਚਾਹੀਦਾ, ਨਾ ਬਚਣਾ ਉਹਨੇ। ਲੇਕਿਨ ਜਦੋਂ ਰਾਜਨੀਤਿਕ ਤੌਰ 'ਤੇ ਕਰਦੇ ਹਾਂ, ਉਹ ਅਸੀਂ ਬਦਲਾ ਲੂ ਭਾਵਨਾ ਨਾਲ ਕਹਿੰਦੇ ਬਿਲਕੁਲ ਹੀ ਗਲਤ ਆ। ਉਹਦੇ ਨਾਲ ਤਾਂ ਉਲਟਾ, ਜਿਵੇਂ ਆਹ ਕੋਰਟ ਨੇ ਰਾਹਤ ਦਿੱਤੀ ਆ, ਅਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਉਹ 'ਚ ਬਰੀ ਵੀ ਹੋ ਜਾਣਾ, ਸਟਰਕਚਰ ਵੀ ਪਾਸ ਹੋ ਸਕਦਾ ਸਰਕਾਰ ਦੇ ਖਿਲਾਫ ਕੋਈ। ਅਤੇ ਲੇਕਿਨ ਉਹ ਮਸਲਾ, ਗੱਲ ਉਹਨਾਂ ਨੂੰ ਰੋਕਣ ਦੀ ਨਹੀਂ, ਫੜਨ ਦੀ ਨਹੀਂ ਸੀ, ਤਾਂ ਸਿਰਫ ਦੂਜੇ ਨੂੰ ਬਦਨਾਮ ਕਰਨੀ, ਦੂਜੀਆਂ ਪਾਰਟੀਆਂ ਨੂੰ। ਕੋਈ ਵੀ ਜਿਹੜਾ ਪੋਲੀਟੀਕਲ ਲੀਡਰ ਹੈਗਾ, ਕੋਈ ਇੱਦਾਂ ਦਾ ਕੰਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਕਿਉਂਕਿ ਰਾਜਨੀਤੀ ਦੇ ਵਿੱਚ ਹਰ ਇੱਕ ਬੰਦਾ ਮਾਣ ਸਨਮਾਨ ਲਈ ਆਉਂਦਾ ਵੀ ਸਾਡੇ ਪਰਿਵਾਰ ਦਾ, ਸਾਡਾ ਸਮਾਜ 'ਚ ਇੱਜ਼ਤ ਹੋਵੇ। ਅਤੇ ਜਿਹਨੇ ਇਹੋ ਜਿਹੇ ਕੰਮ ਕਰਨੇ ਆ, ਮੇਰਾ ਖਿਆਲ ਉਹ ਤਾਂ ਸੋਚੇ ਨਹੀਂ ਜਾ ਸਕਦਾ ਕਦੇ ਵੀ ਪੋਲੀਟਿਕਸ 'ਚ ਦੇ ਵਿੱਚ ਆ ਸਕਦਾ, ਜਾਂ ਪੋਲੀਟੀਕਲ ਬੰਦਾ ਕੋਈ ਇੱਦਾਂ ਦੀ ਗੱਲ ਸੋਚ ਸਕਦਾ, ਚਾਹੇ ਕਿਸੇ ਵੀ ਪਾਰਟੀ ਦਾ ਵਾ। ਅਤੇ ਮੈਨੂੰ ਨਹੀਂ ਲੱਗਦਾ। ਕਿੰਨਾ ਕੁ ਡੈਂਟ ਮੰਨਦੇ ਹੋ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਓਪਨਲੀ ਬਲੇਮ ਕਰਦੇ? ਹਾਲਾਂਕਿ ਹਰਸਿਮਰਤ ਬਾਦਲ ਹੋਣਾ ਨੇ ਓਪਨਲੀ ਇੱਕ ਗੱਲ ਕਹੀ, ਬਹੁਤ ਵੱਡੀ ਗੱਲ ਉਹਨਾਂ ਨੇ ਕਹੀ। ਉਹਨਾਂ ਨੇ ਕਿਹਾ ਕਿ ਜੇ ਮੇਰੇ ਭਰਾ ਨੇ ਸੂਈ ਜਿੰਨਾ ਵੀ ਨਸ਼ਾ ਵੇਚਿਆ ਹੋਵੇ ਤਾਂ ਉਸਦਾ ਕੱਖ ਨਾ ਰਹੇ, ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ। ਇਹਨਾਂ ਚੀਜ਼ਾਂ ਦਾ ਅਸਰ ਜਾਂਦਾ ਜਨਤਾ ਦੇ ਵਿੱਚ, ਗਰਾਊਂਡ ਦੇ ਉੱਪਰ? ਕੋਈ ਗੱਲਾਂ ਪਹਿਲਾਂ ਕਹਿ ਦੇਣੀ ਚਾਹੀਦੀ ਸੀ, ਲੇਟ ਹੋਈਆਂ ਨੇ ਗੱਲਾਂ ਕਹਿਣ ਨੂੰ। ਉਹੀ ਬਚਦੇ ਰਹੇ ਹਨ,
ਕਈ ਵਾਰ ਬੰਦਾ ਕਹਿੰਦਾ ਵੀ ਉਸ ਚੀਜ਼ ਤੋਂ ਜਦੋਂ ਤੁਹਾਡੇ 'ਤੇ ਕੋਈ ਇਲਜ਼ਾਮ ਲਾਉਣ ਲੱਗ ਜਾਂਦੇ ਆ ਵਿਰੋਧੀ, ਜੋ ਗੱਲ 10 ਵਾਰ ਕਹਿਣੀ ਆ, ਕਹਿੰਦਾ ਪਤਾ ਨਹੀਂ ਗੱਲ ਸੱਚੀ ਹੋਊ ਕੋਈ, ਵਿੱਚ ਹੁੰਦਾ ਕੁਛ ਵੀ ਨਹੀਂ। ਫਿਰ ਜਦੋਂ ਉਹ ਉਹਨਾਂ ਨੂੰ ਪਹਿਲਾਂ ਇਹ ਗੱਲ ਲੇਟ ਕਹੀ ਆ, ਉਹਨਾਂ ਨੇ ਪਹਿਲਾਂ ਕਹਿਣੀ ਚਾਹੀਦੀ ਸੀ, ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸਾਰਾ, ਲੋਕਾਂ ਦੇ ਸਾਹਮਣੇ ਸਾਰੀਆਂ ਗੱਲਾਂ। ਇਸ਼ੂਜ਼ ਹੁਣ ਨਹੀਂ ਹੈਗੇ ਜਿਹੜੇ ਪਿਛਲੇ 17 ਦੇ ਵਿੱਚ ਬਹੁਤ ਵੱਡੇ ਇਸ਼ੂ ਸੀਗੇ। ਇਹ ਬੇਅਦਬੀ ਦੀ ਘਟਨਾ ਵਾਪਰੀ, ਬੜੀ ਦੁਖਦਾਈ ਆ, ਬੜਾ ਸਾਨੂੰ ਸਾਰਿਆਂ ਨੂੰ, ਹਰ ਇੱਕ ਬੰਦੇ ਨੂੰ ਦੁੱਖ ਆ ਸਾਨੂੰ, ਕਿਉਂਕਿ ਗੁਰੂ ਸਾਹਿਬ ਤੋਂ ਉੱਪਰ ਸਾਡੇ ਲਈ ਕੁਛ ਨਹੀਂ ਹੈਗਾ। ਅਤੇ ਲੇਕਿਨ ਉਹਦੇ 'ਤੇ ਵੀ ਪੋਲੀਟਿਕਸ ਬਹੁਤ ਹੋਈ ਆ, ਅਤੇ ਲੇਕਿਨ ਕੁਛ ਸਿੱਟਾ ਨਹੀਂ ਨਿਕਲਿਆ। ਜਾਂ ਤਾਂ ਦੱਸ ਦਿੰਦੇ ਵੀ ਆਹ ਦੋਸ਼ੀ ਆ, ਉਹਨੂੰ ਟੰਗ ਦਿੰਦੇ, ਲੋਕਾਂ ਦੇ ਸਾਹਮਣੇ ਕੁਝ ਲੈ ਕੇ ਆਉਂਦੇ, ਸੱਚਾਈ ਤਾਂ ਉਹ ਆ ਹੀ ਨਹੀਂ ਸਕੀ ਲੋਕਾਂ ਦੇ ਸਾਹਮਣੇ। ਸੋ ਇਸ ਲਈ ਉਹ ਸਿਰਫ ਬਦਨਾਮ ਕਰਨ ਦੀਆਂ ਗੱਲਾਂ ਸੀਗੀਆਂ ਸਾਰੀਆਂ। ਸੁਖਬੀਰ ਬਾਦਲ ਹੁਣੀ ਕਹਿੰਦੇ ਕਿ ਸਾਨੂੰ ਬਦਨਾਮ ਕੀਤਾ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਹੁੰ ਸੀਗੀ ਜਿਹੜੀ ਕਹਿੰਦੇ ਉਹਨਾਂ ਨੇ ਝੂਠੀ ਖਾਧੀ ਸੀ, ਉਹਦੇ ਸਿਰ ਤੇ ਇਲੈਕਸ਼ਨ ਜਿੱਤ ਗਏ, ਔਰ ਇਸ ਵਾਰ ਕਹਿੰਦੇ ਉਹਨਾਂ ਨੂੰ ਵੀ ਚੱਕ ਕੇ ਬਾਹਰ ਮਾਰਿਆ, ਔਰ ਕੈਪਟਨ ਅਮਰਿੰਦਰ ਸਿੰਘ ਵੀ ਮੁਕਾਬਲੇ ਦੇ ਵਿੱਚ ਨੇ, ਬੀਜੇਪੀ ਦੇ ਨਾਲ ਹੱਥ ਜੋੜ ਕੇ ਆ ਰਹੇ ਨੇ। ਇਸ ਚੀਜ਼ ਦਾ ਬੀਜੇਪੀ ਨੂੰ ਫਾਇਦਾ ਮਿਲੂਗਾ? ਕੈਪਟਨ ਅਮਰਿੰਦਰ ਸਿੰਘ ਔਰ ਤੁਹਾਡੇ ਸਾਥੀ ਅਕਾਲੀ ਦਲ ਦੇ ਸਾਥੀ ਢੀਂਡਸਾ, ਔਰ ਇਸ ਦੇ ਨਾਲ ਹੀ ਬੀਜੇਪੀ ਆ ਰਹੀ ਹੈ। ਦੇਖੋ, ਉਹਨਾਂ ਨੂੰ ਫਾਇਦਾ ਮਿਲਣਾ, ਕਾਂਗਰਸ ਦਾ ਨੁਕਸਾਨ ਜ਼ਰੂਰ ਹੋਊਗਾ ਵੱਡੇ ਪੱਧਰ 'ਤੇ, ਅਤੇ ਇਹਦਾ ਖਮਿਆਜਾ ਜੋ ਇਹਨਾਂ ਨੇ, ਚਲੋ ਆਪਸੀ ਨੇ ਧੜੇਬੰਦੀ ਹੈਗੀ ਆ, ਹੁਣ ਟਿਕਟਾਂ ਦੇ ਵੀ ਰੌਲੇ ਹੈਗੇ ਨੇ, ਸੋ ਉਹ ਖਮਿਆਜਾ ਤਾਂ ਇਹਨੂੰ ਭੁਗਤਣਾ ਪਊਗਾ ਹੀ ਸਾਰਾ। ਕਾਂਗਰਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਲਾਸ ਜਿਹੜਾ ਹੋ ਰਿਹਾ, ਅਤੇ ਹੋਊਗਾ ਵੀ। ਦਾਖਾਂ ਦੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਤੁਸੀਂ, ਜਾ ਰਹੇ ਹੋ, ਕਿਹੜੀਆਂ ਗੱਲਾਂ ਲੈ ਕੇ ਜਾ ਰਹੇ ਹੋ, ਕਿਹੜੀਆਂ ਚੀਜ਼ਾਂ ਪ੍ਰਾਇੋਰਟੀ 'ਤੇ ਹੋਣਗੀਆਂ? ਉਹ ਸਾਡਾ ਫਿਊਚਰ, ਅਸੀਂ ਇੱਕ ਤਾਂ ਰੁਜ਼ਗਾਰ ਦੀ ਵੱਡੀ ਸਮੱਸਿਆ, ਬੇਰੁਜ਼ਗਾਰੀ, ਉਹਦੇ ਲਈ ਅਸੀਂ ਕੋਈ ਸਾਧਨ ਮੁਹੱਈਆ ਕਰਾਵਾਂਗੇ, ਅਤੇ ਨਾਲ ਹੀ ਹੈਲਥ, ਐਜੂਕੇਸ਼ਨ ਦੇ ਉੱਪਰ, ਸਪੋਰਟਸ ਦੇ ਉੱਪਰ ਹੋਰ ਬਹੁਤ ਕੁਝ ਕਰਨ ਦੀ ਲੋੜ ਹੈਗੀ ਆ, ਕਰਾਂਗੇ। ਅਤੇ ਓਵਰਆਲ ਡਿਵੈਲਪਮੈਂਟ ਦਾ ਸਾਡਾ ਏਜੰਡਾ ਹੈਗਾ ਇਹ, ਅਤੇ ਰਹੂਗਾ ਹੀ ਹਮੇਸ਼ਾ। ਇੰਡਸਟਰੀ ਦਾ ਬਹੁਤ ਵੱਡਾ ਹੱਬ ਹੈ ਲੁਧਿਆਣਾ, ਉਸ ਨੂੰ ਲੈ ਕੇ ਲੋਕਾਂ ਦੀਆਂ ਬਹੁਤ, ਖਾਸ ਕਰਕੇ ਜਿਹੜੇ ਉਦਯੋਗਪਤੀ ਨੇ, ਉਹਨਾਂ ਦੀਆਂ ਬਹੁਤ ਵੱਡੀਆਂ ਦਿੱਕਤਾਂ ਨੇ। ਉਹ ਕਹਿੰਦੇ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ, ਕਹਿੰਦੇ ਕਿਸੇ ਵੀ ਸਰਕਾਰ ਦੇ ਵਿੱਚ ਨਹੀਂ ਹੋਈ। ਉਸ ਚੀਜ਼ ਨੂੰ ਲੈ ਕੇ ਵੀ ਕਰੋ, ਕਿਉਂਕਿ ਤੁਹਾਡੇ ਬਿਲਕੁਲ ਨਾਲ ਹੀ ਲੱਗਦਾ ਲੁਧਿਆਣਾ। ਦੇਖੋ, ਇਸ਼ੂਜ਼ ਕਿਉਂਕਿ ਅਸੀਂ ਆਪ ਬਿਜ਼ਨਸਮੈਨ ਹੈਗੇ ਹਾਂ, ਉਹ ਸਾਰੇ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਨੂੰ ਆਸ ਵੀ ਆ। ਕਾਫੀ ਮੀਟਿੰਗਸ ਹੋਈਆਂ ਇੰਡਸਟਰੀਜ਼ ਦੀਆਂ, ਮੈਂ ਵੀ ਕਰਵਾਈਆਂ ਨੇ ਸੁਖਬੀਰ ਸਿੰਘ ਬਾਦਲ ਨਾਲ, ਅਤੇ ਉਹਨਾਂ ਨੇ ਕਾਫੀ ਡਿਬੇਟ ਵੀ ਹੋਈ ਆ ਉਹਦੇ 'ਤੇ, ਅਤੇ ਉਹਨਾਂ ਦਾ ਭਰੋਸਾ ਵੀ ਪੂਰਾ ਵੀ ਇਹੀ ਸੱਤਾ 'ਚ ਆ ਕੇ ਸਾਡਾ ਕੋਈ ਭਲਾ ਕਰ ਸਕਦੇ, ਅਦਰਵਾਈਜ਼ ਹੋਰ ਕਿਸੇ 'ਚ ਵਿਜ਼ਨ ਨਹੀਂ ਹੈਗਾ ਕਿ ਸਾਡਾ ਕੋਈ ਮਸਲਾ ਹੱਲ ਕਰ ਸਕਣ। ਯਾਰ ਸਰ, ਕਿੰਨੀਆਂ ਸੀਟਾਂ ਦੇਖਦੇ ਹੋ ਤੁਸੀਂ ਅਕਾਲੀ ਦਲ ਦੀਆਂ? ਐਸਟੀਮੇਟ ਲਾ ਲਿਆ ਹੋਣਾ? ਦੇਖੋ, 60+ ਜਿੱਤਾਂਗੇ, ਬਾਕੀ ਮਾਹੌਲ ਬਣ ਰਿਹਾ, ਨੇੜੇ ਜਾ ਕੇ ਹੋਰ ਹਜੇ ਕੱਲ੍ਹ ਵਧੂਗਾ, ਕਾਫੀ ਹੋਰ ਮਾਹੌਲ ਵਧੀਆ ਪੋਜ਼ੀਟਿਵ ਹੋਊਗਾ। ਸਰਕਾਰ ਬਣਾਉਣ ਦਾ ਦਾਅਵਾ ਬਾਕੀ ਵੀ ਕਰ ਰਹੇ ਹੋ, ਕਹਿੰਦੇ ਅਸੀਂ ਵੀ 60+ ਲੈ ਜਾਣੀ ਹੈ। ਗਰਾਊਂਡ ਰਿਐਲਿਟੀ ਕੀ ਨਜ਼ਰ ਆਉਂਦੀ ਹੈ, ਜਿੱਦਾਂ ਤੁਸੀਂ ਵਿਚਰ ਰਹੇ ਹੋ ਲਗਾਤਾਰ ਦਾਖਾਂ ਦੇ ਲੋਕ, ਜਾਂ ਹੋਰ ਵੀ ਥਾਵਾਂ ਤੋਂ ਕੈਂਡੀਡੇਟਸ ਦੇ ਨਾਲ ਗੱਲਬਾਤ ਹੁੰਦੀ ਹੋਣੀ? ਦੇਖੋ, ਬਾਕੀ ਤਾਂ ਰਿਜ਼ਲਟ ਆਏ ਤੇ ਸਭ ਕੁਝ ਸਾਹਮਣੇ ਹੁੰਦਾ, ਲੇਕਿਨ ਮਾਹੌਲ ਕਾਫੀ ਪੋਜ਼ੀਟਿਵ ਆ। ਜਿਵੇਂ ਪਿਛਲੀ ਵਾਰ ਆਪ 100 ਸੀਟਾਂ ਦੀ ਗੱਲ ਕਰਦੇ 20 ਮਿਲ ਗਈਆਂ, ਹੁਣ 50 ਕਹਿ ਕੇ ਇਹਨਾਂ 10 ਵੀ ਨਹੀਂ ਮਿਲਣੀਆਂ। ਲੇਕਿਨ ਜਿਵੇਂ ਇਹਨਾਂ ਨੇ ਅੱਗੇ ਸਾਡਾ ਨੁਕਸਾਨ ਕੀਤਾ, ਇਸ ਵਾਰੇ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ। ਉਹ ਕਹਿੰਦੇ ਸਾਰੇ ਸਰਵੇ ਸਾਨੂੰ ਜਿੱਤ ਦਿਖਾ ਰਹੇ, ਕਹਿੰਦੇ ਸਾਡੀ ਸਰਕਾਰ ਬਣ ਰਹੀ, 100 ਦੇ ਕਰੀਬ ਸੀਟਾਂ ਕਹਿੰਦੇ ਸਾਨੂੰ ਹੁਣ ਵੀ ਦਿਖਾ ਰਹੇ। ਪਿਛਲੀ ਵਾਰ ਵਾਲੀਆਂ 100 ਕਿਉਂ ਨਹੀਂ ਆਈਆਂ? ਉਹ ਪੇਡ ਆ, ਇਹਨਾਂ ਦਾ ਧਿਆਨ ਹੀ ਸਾਰਾ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਆ। ਪੇਡ ਸਰਵੇ ਕਰਵਾ ਲੈਂਦੇ ਆ, ਉਸ ਹਿਸਾਬ ਨਾਲ ਮਾਹੌਲ ਕ੍ਰੀਏਟ ਕਰਦੇ ਨੇ, ਅਤੇ ਲੇਕਿਨ ਅਖੀਰ ਦੇ ਵਿੱਚ ਉਹ ਰਹਿੰਦਾ ਕੁਛ ਨਹੀਂ ਹੈਗਾ। ਸੋ ਉਹ ਰਿਜ਼ਲਟ ਆਏ ਤੇ ਸਾਹਮਣੇ ਹੋਣਾ, ਸਾਰਾ ਕੁਝ ਆਜੂ ਸਾਹਮਣੇ। ਦੱਸ, ਮਾਨ ਦੇ ਸੀਐਮ ਫੇਸ ਨੂੰ ਕਿੱਦਾਂ ਦੇਖਦੇ? ਪਰ ਉਹਨਾਂ ਕੋਲ ਹੱਲ ਹੀ ਕੋਈ ਨਹੀਂ ਸੀਗਾ, ਔਰ ਬੰਦਾ ਹੀ ਹੈ ਨਹੀਂ ਕੋਈ। ਅਖੀਰ ਦੇ ਵਿੱਚ ਇਹਨੂੰ ਕਰਤਾ, ਲੇਕਿਨ ਜਿਸ ਦਿਨ ਦਾ ਅਨਾਊਂਸ ਕੀਤਾ ਉਸ ਦਿਨ ਦੀ ਆਪ ਡਾਊਨ ਜਾ ਰਹੀ ਹੈ ਬਹੁਤ ਜ਼ਿਆਦਾ, ਕਿਉਂਕਿ ਲੋਕ ਨੇ ਐਕਸੈਪਟ ਨਹੀਂ ਕੀਤਾ ਉਹਨੂੰ, ਲੋਕਾਂ ਨੇ, ਪੰਜਾਬ ਦੇ ਨੇ। ਤੁਹਾਡੇ ਸਾਹਮਣੇ ਕੈਂਡੀਡੇਟ ਨੇ, ਮੇਰਾ ਅਖੀਰਲਾ ਸਵਾਲ ਹੈ, ਤੁਹਾਡੇ ਸਾਹਮਣੇ ਮੇਨਲੀ ਜਿਹੜੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ, ਸੰਦੀਪ ਸਿੰਘ ਸੰਧੂ, ਔਰ ਉਹ ਦਾਅਵਾ ਠੋਕ ਵਜਾ ਕੇ ਕਰਦੇ, ਕਹਿੰਦੇ ਕਿ ਮੈਨੂੰ ਜਿਤਾਇਆ ਨਹੀਂ ਲੋਕਾਂ ਨੇ, ਪਰ ਕਹਿੰਦੇ ਨਾ ਜਿੱਤਿਆ ਹੋਇਆ ਵੀ ਠੀਕ ਹੈ, ਕਹਿੰਦੇ ਮੇਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਨੇੜਤਾ ਸੀ, ਬਹੁਤ ਸਾਰੇ ਕੰਮ ਕਰਵਾਏ ਆ। ਕੀ ਕਹਿੰਦਾ ਗਰਾਊਂਡ? ਨਹੀਂ, ਫਿਰ ਤਾਂ ਕੈਪਟਨ ਨੇ ਕਰਾਏ ਨੇ, ਉਹਨੇ ਥੋੜ੍ਹੀ, ਕੈਪਟਨ ਅਮਰਿੰਦਰ ਸਿੰਘ ਨੇ ਕਰਾਏ ਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਤਾਂ ਉਹੀ ਲੜ ਰਿਹਾ ਨਾ, ਫਿਰ ਤਾਂ ਕ੍ਰੈਡਿਟ ਤਾਂ ਉਹਨੂੰ ਜਾਊਗਾ ਸਾਰਾ। ਜੇ ਕੰਮ ਹੀ ਉਹਨਾਂ ਨੇ ਕਰਾਇਆ, ਫਿਰ ਤਾਂ ਕ੍ਰੈਡਿਟ ਉਹੀ ਲੈ ਕੇ ਜਾਊਗਾ ਨਾ। ਇਹਨੇ ਤਾਂ ਗਦਾਰੀ ਕੀਤੀ ਉਹਨਾਂ ਨਾਲ। ਜੇ ਕੰਮ ਜਿਨ੍ਹਾਂ ਨੇ ਕਰਾਇਆ ਉਹਨੂੰ ਕ੍ਰੈਡਿਟ ਮਿਲਣਾ ਚਾਹੀਦਾ, ਫਿਰ ਤਾਂ ਜਿਹੜਾ ਕੈਪਟਨ ਦਾ ਕੈਂਡੀਡੇਟ ਆ, ਫਿਰ ਉਹਨੂੰ ਜਿਹੜੇ ਕੰਮਾਂ ਦੀ ਜਿਹੜੀ ਵੋਟ ਪੈਣੀ ਆ ਉਹਨੂੰ ਪੈ ਜਾਣੀ ਚਾਹੀਦੀ ਆ। ਸੀਐਮ ਉਦੋਂ ਕੈਪਟਨ ਸੀਗੇ, ਔਰ ਮੈਂ ਉਹਨਾਂ ਦਾ ਸਲਾਹਕਾਰ। ਜਿਹੜੇ ਸੀਐਮ ਨੇ ਕਰਾਇਆ, ਫਿਰ ਉਹਨੂੰ ਕ੍ਰੈਡਿਟ ਜਾਊਗਾ ਨਾ, ਫਿਰ ਇਹਨੂੰ ਥੋੜ੍ਹੀ ਜਾਊਗਾ ਕ੍ਰੈਡਿਟ, ਤਾਂ ਉਹਨੂੰ ਬਣਦਾ। ਤਾਂ ਗਦਾਰੀ ਕੀਤੀ ਉਹਨਾਂ ਨਾਲ, ਕੰਮ ਕਰਾ ਕੇ ਜਿਹਨੇ ਕਰਾਏ ਆ, ਫਿਰ ਉਹਨੇ ਜਿਹੜਾ ਬੰਦਾ ਖੜਾ ਆ, ਜਿਹੜੇ ਉਹਨੂੰ ਵੋਟ ਪਾਉਣੀ ਚਾਹੁੰਦੇ ਆ ਕਾਂਗਰਸ ਵਾਲੇ, ਉਹ ਤਾਂ ਮੇਰੇ ਖਿਆਲ ਉੱਧਰ ਹੀ ਪਾਉਣਗੇ, ਉਹ ਨਾਲ ਜਾਣਾ ਚਾਹੀਦਾ ਸੀ। ਦੇਖੋ, ਇਹ ਤਾਂ ਲੋਕਾਂ ਨੂੰ ਪੁੱਛੋ ਨਾ। ਆਮ ਜਿੱਥੇ ਤੁਸੀਂ ਹਰ ਲਾਲਚ, ਜਦੋਂ ਤੁਸੀਂ ਕਿਤੇ ਨਾ ਕਿਤੇ ਤੁਹਾਨੂੰ ਖੜਨਾ ਪੈਂਦਾ ਵਾ, ਹਰ ਜਗ੍ਹਾ ਅਹੁਦੇ ਵੀ ਨਹੀਂ ਹੁੰਦੇ, ਹਰ ਜਗ੍ਹਾ ਪੈਸਾ ਵੀ ਨਹੀਂ ਹੁੰਦਾ, ਅਤੇ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਜੋ ਲੋਕਾਂ ਦੀ ਆਵਾਜ਼ ਹੁੰਦੀ ਆ, ਜਾਂ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਸੀ, ਉਹਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਜਿਹੜੀ ਇਹ ਮਿਸਟੇਕ ਆ ਵੀ ਜਿਹਦੇ ਕਰਕੇ ਤੁਹਾਡੀ ਹੋਂਦ ਸੀਗੀ, ਅਤੇ ਤੁਹਾਡੇ ਲਈ ਜਿਨ੍ਹਾਂ ਨੇ ਇੰਨਾ ਕੁਛ ਕੀਤਾ, ਤੁਹਾਨੂੰ ਟਿਕਟ ਦੇ ਕੇ ਇੱਥੇ ਜਿਤਾਉਣ ਲਈ ਇੰਨੇ ਕੋਸ਼ਿਸ਼ਾਂ ਕੀਤੀਆਂ, ਜੇ ਤੁਸੀਂ ਉਹਦੇ ਸਿੰਸੀਅਰ ਨਹੀਂ, ਅਤੇ ਆਹ ਹਲਕੇ ਦਾਖੇ ਦੇ ਲੋਕਾਂ ਤੁਸੀਂ ਕੀ ਸਮਝਦੇ ਹੋ, ਜਿਨ੍ਹਾਂ ਨਾਲ ਸੰਬੰਧ ਹੀ ਕੋਈ ਨਹੀਂ ਤੁਹਾਡਾ। ਪਹਿਲਾਂ ਹੀ ਤੁਹਾਡਾ ਇੱਥੇ ਚੱਕਮਾ ਚੁੱਲ੍ਹਾ, ਕਿਰਾਏ 'ਤੇ ਦਫ਼ਤਰ 'ਚ ਬੈਠੇ ਹੋ, ਕਿਰਾਏ ਦੇ ਕਿਸੇ ਦੇ ਮਕਾਨ 'ਚ ਆਉਂਦੇ ਹੋ ਤੁਸੀਂ,
ਤੇ ਤੁਹਾਡੇ ਤੇ ਕੀ ਵਿਸ਼ਵਾਸ ਆ 20 ਤਰੀਕ ਤੋਂ ਬਾਅਦ ਤੁਸੀਂ ਕਿੱਥੇ ਲੱਭਣਾ? ਆ ਤਾਂ ਹੁਣ ਰੇਤੇ ਰੂਤੇ ਦਾ ਕੰਮ ਚੱਲਦਾ ਸੀ, ਮਹੀਨਾ ਚੱਲਦਾ ਸੀ, ਤਾਂ ਇੱਥੇ ਬੈਠੇ ਆ। 30 ਤੋਂ 20 ਤੋਂ ਜਦੋਂ ਬੰਦ ਹੋ ਗਿਆ ਸਾਰਾ ਕੁਝ, ਗੱਲ ਖਤਮ ਨਾਲ ਹੀ। ਲੋਕ ਚਾਹੁੰਦੇ ਮਨਪ੍ਰੀਤ ਵਾਲੀ ਨੂੰ? ਨਹੀਂ, ਉਹ ਤਾਂ ਜਿਮਨੀ ਚੋਣ ਨੇ ਦੱਸ ਹੀ ਦਿੱਤਾ ਸਾਰਾ। ਤੇ ਲੋਕਾਂ ਨੇ ਬਣਾਉਣਾ ਉਹ, ਜਾਂ ਪਰਮਾਤਮਾ ਦੀ ਮਿਹਰ ਹੋਣੀ ਆ, ਉਹ ਸਾਡੇ ਕੋਲ ਤਾਂ ਕੁਝ ਨਹੀਂ ਹੁੰਦਾ। ਧੰਨਵਾਦ। ਥੈਂਕ ਯੂ। ਮਨਪ੍ਰੀਤ ਸਿੰਘ ਯਾਲੀ ਸਾਡੇ ਨਾਲ ਸਨ। ਮਨਪ੍ਰੀਤ ਸਿੰਘ ਯਾਲੀ ਹੁਣੀ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਤੇ 60 ਤੋਂ ਵੱਧ ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ, ਇਸ ਗੱਲ ਦਾ ਇਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਦਾਖਾ।